ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਕੱਲ ਪੂਰਾ ਦਿਨ ਵੋਟਾਂ ਦਾ ਮਾਹੌਲ ਭਖਿਆ ਰਿਹਾ। ਕੱਲ ਲੋਕਾਂ ਨੇ ਸਰਕਾਰ ਜਿਹੜੀ ਆਪਣੀ ਚੁਣ ਲਈ ਹੈ। ਬੇਸ਼ੱਕ ਫੈਸਲਾ 10 ਮਾਰਚ ਨੂੰ ਆਉਣਾ, ਪਰ ਕਿਸਮਤ ਜਿਹੜੀ ਹੈ ਉਮੀਦਵਾਰਾਂ ਦੀ ਉਹ ਕੱਲ ਡਿੱਬਿਆਂ ਦੇ ਵਿੱਚ ਬੰਦ ਹੋ ਗਈ ਹੈ। ਉਸ ਤੇ ਗੱਲਬਾਤ ਕਰਾਂਗੇ। 70% ਜਿਹੜੀ VOTING ਹੋਈ ਹੈ ਕੱਲ ਪੂਰੇ ਪੰਜਾਬ ਦੇ ਵਿੱਚ। ਹਾਲਾਂਕਿ ਪਹਿਲਾਂ 5 ਵਜੇ ਤੱਕ ਇਹ ਕਿਹਾ ਜਾ ਰਿਹਾ ਸੀ ਕਿ 64% ਆ, ਪਰ ਬਾਅਦ ਜਦੋਂ ਆਖਰੀ ਜਿਹੜੇ ਦੌਰ ਦੀ ਆਖਰੀ ਘੰਟੇ ਦੀ ਜਦੋਂ ਕਾਊਂਟਿੰਗ ਕੀਤੀ ਗਈ ਤਾਂ 70.20% ਜਿਹੜੀ VOTING ਹੋਈ ਆ ਪੂਰੇ ਪੰਜਾਬ ਦੇ ਅੰਦਰ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਆਪਣੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਨਾਲ ਜੁੜੇ ਹੋਏ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ ਦਾ ਸਵਾਗਤ ਕਰ ਲੈਂਦੇ ਆ ਤੇ ਚਰਚਾ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਕੱਲ ਦੀ ਹਵਾ ਜਿਹੜੀ ਰਹੀ ਹੈ, ਕਿਸ ਵਾਲੇ ਪਾਸੇ ਨੂੰ ਝੁਕਾ ਰਿਹਾ, ਕਿੱਧਰ ਵਾਲੇ ਪਾਸੇ ਨੂੰ ਗੱਲ ਜਾਂਦੀ ਦੇਖੀ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਜਿੱਥੇ ਆਪਾਂ ਪਹਿਲਾਂ ਗੱਲਬਾਤ ਡਾਕਟਰ ਸਾਹਿਬ ਇਸ ਤੇ ਕਰਾਂਗੇ ਕਿ ਭਾਈ ਕੱਲ ਕਿਹਦੀ ਹਵਾ ਦਿਖਾਈ ਦੇ ਰਹੀ ਸੀ, ਕਿਉਂਕਿ ਵੋਟਾਂ ਤਾਂ ਬੇਸ਼ੱਕ ਪੈ ਗਈਆਂ ਨੇ, ਪਰ ਸਵਾਲ ਉੱਥੇ ਹੀ ਖੜਾ ਹੈ ਕਿ ਸਰਕਾਰ ਕਿਸ ਦੀ ਬਣੇਗੀ। ਲੋਕ ਜਾਣਨਾ ਵੀ ਚਾਹੁੰਦੇ ਨੇ, ਇਸ ਤੇ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਗੱਲਬਾਤ ਇਸ ਤੇ ਕਰੀਏ ਕਿ ਕੁਝ ਅਜਿਹੀਆਂ ਘਟਨਾਵਾਂ ਕੱਲ ਵਾਪਰੀਆਂ ਜਿਹੜੀਆਂ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਸੀ। 3 ਜਗ੍ਹਾ ਤੇ ਬਜ਼ੁਰਗਾਂ ਦੀ ਵੋਟ ਪਾਉਣ ਸਾਰ ਹੀ ਜਿਹੜੀ ਮੌਤ ਹੋ ਗਈ ਆ, ਬੂਥ ਤੇ ਹੀ ਮੌਤ ਹੋ ਗਈ ਹੈ। ਪਹਿਲੀ ਜਿਹੜੀ ਖੰਨਾ ਦੇ ਵਿੱਚ ਹੋਈ ਸੀ, ਖੰਨਾ ਦੇ ਵਿੱਚ ਬਜ਼ੁਰਗ ਦਾ ਦਿਲ ਦੀ ਧੜਕਣ ਰੁਕਣ ਦੇ ਨਾਲ ਜਿਹੜੀ ਮੌਤ ਹੋ ਗਈ। ਤਾਂ ਉਸ ਤੋਂ ਬਾਅਦ ਗੁਰਾਇਆਂ ਦੇ ਫਲੌਰ ਕਸਬੇ ਦੇ ਵਿੱਚ ਜਿਹੜੀ ਮੌਤ ਹੋ ਗਈ ਇੱਕ ਬਜ਼ੁਰਗ ਦੀ ਵੋਟ ਪਾਉਣ ਸਾਰ। ਉਸ ਤੋਂ ਬਾਅਦ ਚਵਿੰਡਾ ਦੇਵੀ ਦੇ ਕਸਬਾ ਚੋਗਾਵਾਂ ਰੂਪੋਵਾਲੀ ਵਿਖੇ ਇੱਕ ਬਜ਼ੁਰਗ ਦੀ ਜਿਹੜੀ ਮੌਤ ਹੋ ਗਈ। ਤਾਂ ਜਲੰਧਰ ਦੇ ਵਿੱਚ ਵੀ ਇੱਕ ਦੁਖਦਾਈ ਘਟਨਾ ਦੇਖਣ ਨੂੰ ਮਿਲੀ, ਜਿੱਥੇ ਇੱਕ ਪੁਲਿਸ ਮੁਲਾਜ਼ਮ ASI ਦੇ ਰੂਪ ਦੇ ਵਜੋਂ ਆਪਣੀ ਟੀਮ ਦੇ ਨਾਲ ਡਿਊਟੀ ਕਰ ਰਿਹਾ ਸੀ, ਉਹਦੀ ਜਿਹੜੀ ਹੈ ਮੌਤ ਹੋ ਗਈ ਹੈ ਇਹ ਵੋਟ ਪਾਉਣ ਸਾਰ ਤੇ VOTING ਦੀ ਡਿਊਟੀ ਦੇ ਦੌਰਾਨ। ਮਹਾਰਾਜ ਇਹਨਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਬਖਸ਼ੇ। ਹਾਲਾਂਕਿ ਇਹ ਵੀ ਗੱਲ ਹੈ ਕਿ ਇਹਨਾਂ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਜਿਹੜੀ ਮੌਤ ਇਹਨਾਂ ਨੂੰ ਆਈ ਹੈ, ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਬੜਾ ਅਹਿਮ ਅਧਿਕਾਰ ਹੁੰਦਾ। ਵੋਟ ਭੁਗਤਾਨ ਕਰਨ ਤੋਂ ਬਾਅਦ ਇਹਨਾਂ ਦੀ ਮੌਤ ਹੋਈ ਹੈ। ਤਾਂ ਦੂਜੇ ਪਾਸੇ ਜਿਹੜੇ ASI ਦੀ ਮੌਤ ਹੋਈ ਹੈ ਉਹ ਵੀ ਡਿਊਟੀ ਦੇ ਦੌਰਾਨ ਜਿਹੜੀ ਹੋਈ ਹੈ। ਪ੍ਰਮਾਤਮਾ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਡਾਕਟਰ ਸਾਹਿਬ ਮੈਂ ਉੱਥੇ ਹੀ ਵਾਪਸ ਆਉਂਗਾ। ਕਿਵੇਂ ਦੇਖਦੇ ਹੋ ਕਿ ਕੱਲ ਦਾ ਮਾਹੌਲ ਜਿਹੜਾ, ਸਭ ਤੋਂ ਪਹਿਲਾਂ ਤਾਂ ਆਪਾਂ ਦੱਸੀਏ ਕਿਹੋ ਜਿਹੇ ਮਾਹੌਲ ਦੇ ਵਿੱਚ, ਹਾਲਾਂਕਿ ਕੁਝ ਥਾਈਂ ਦੇ ਉੱਪਰ ਥੋੜੀਆਂ ਬਹੁਤੀਆਂ ਝੜਪਾਂ ਹੋਣ ਦੀਆਂ ਖਬਰਾਂ ਸੀ, ਪਰ ਕਿਸੇ ਦੀ ਜਾਨੀ ਨੁਕਸਾਨ ਹੋਣ ਤੋਂ ਮਹਾਰਾਜ ਦੀ ਕਿਰਪਾ ਦੇ ਨਾਲ, ਬਾਬਾ ਜੀ ਦੀ ਕਿਰਪਾ ਦੇ ਨਾਲ ਜਿਹੜਾ ਪੂਰਨ ਤਰੀਕੇ ਦੇ ਨਾਲ ਬਚਾ ਰਿਹਾ ਪ੍ਰਮਾਤਮਾ ਨੇ ਜਿਹੜੀ ਬਖਸ਼ਿਸ਼ ਰੱਖੀ ਪੰਜਾਬ ਦੇ ਉੱਪਰ। ਕਿਸੇ ਥਾਵਾਂ ਤੇ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ, ਛੋਟੀਆਂ ਮੋਟੀਆਂ ਜਿਹੜੀਆਂ ਝੜਪਾਂ ਜ਼ਰੂਰ ਹੋਈਆਂ ਨੇ। ਤਾਂ ਕਿਵੇਂ ਦੇਖਦੇ ਹੋ ਕੱਲ ਦਾ ਮਾਹੌਲ, ਕਿਹੋ ਜਿਹੇ ਮਾਹੌਲ ਦੇ ਵਿੱਚ ਜਿਹੜੀ ਕੱਲ VOTING ਹੋਈ ਹੈ, ਫਿਰ ਉਸ ਤੋਂ ਬਾਅਦ ਅੱਗੇ ਵਧਦੇ ਹਾਂ ਜੀ। ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਕਿ ਇਹਦੇ ਲਈ ਸਭ ਤੋਂ ਪਹਿਲਾਂ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਵਧਾਈ ਦਾ ਹੱਕਦਾਰ ਹੈ, ਔਰ ਜਿਨੇ ਬੜੀ ਮੁਸਤੈਦੀ ਦੇ ਨਾਲ ਆਪਣੇ ਸਾਰੇ ਜਿੰਨੇ ਉਹਨਾਂ ਦੇ ਵਲੰਟੀਅਰ ਸੀਗੇ, ਅਧਿਕਾਰੀ ਸਾਹਿਬਾਨ ਸੀਗੇ, ਉਹ ਲਗਾਤਾਰ ਪੂਰੀ ਤਨਦੇਹੀ ਦੇ ਨਾਲ ਉਹਨਾਂ ਨੇ ਡਿਊਟੀਆਂ ਦਿੱਤੀਆਂ। ਔਰ ਆਪਾਂ ਨੇ ਲਗਾਤਾਰ ਦੇਖਿਆ, ਕੱਲ ਵੀ ਜਦੋਂ ਅਸੀਂ ਸਾਰਾ ਸਰਵੇ ਕਰ ਰਹੇ ਸੀਗੇ ਤਾਂ ਉਹਦੇ ਵਿੱਚ ਲਗਾਤਾਰ ਜਿਹੜੀਆਂ ਸਰਕਾਰੀ ਗੱਡੀਆਂ ਸੀਗੀਆਂ ਉਹਨਾਂ ਦਾ ਆਵਾਜਾਈ ਵੱਖ-ਵੱਖ ਬੂਥਾਂ ਦੇ ਉੱਤੇ ਲਗਾਤਾਰ ਜਾਰੀ ਸੀਗੀ। ਸੋ ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਉਹ ਪੁਲਿਸ ਆਫੀਸਰ ਸਾਹਿਬਾਨ ਹੋਣ, ਪੁਲਿਸ ਅਧਿਕਾਰੀ ਹੋਣ, ਜਾਂ ਪੁਲਿਸ ਦਾ ਆਮ ਮਹਿਕਮਾ ਹੋਵੇ, ਜਾਂ ਚੋਣ ਅਧਿਕਾਰੀ ਹੋਣ, ਜਾਂ ਚੋਣਾਂ ਨਾਲ ਸੰਬੰਧਿਤ ਜਿੰਨੇ ਵੀ ਡਿਊਟੀਆਂ ਦੇਣ ਵਾਲੇ ਅਧਿਕਾਰੀ ਸੀਗੇ ਜਾਂ ਪ੍ਰਬੰਧਕੀ ਮੈਂਬਰ ਸੀਗੇ, ਉਹਨਾਂ ਨੂੰ ਇਹ ਸਾਰੀ ਵਧਾਈ ਦੇ ਹੱਕਦਾਰ ਨੇ ਔਰ ਉਹਨਾਂ ਨੂੰ ਇਹ ਸਾਰੀ ਵਧਾਈਆਂ ਜਾਂਦੀਆਂ ਨੇ। ਇਹ ਸਿਹਰਾ ਸਾਰਾ ਉਹਨਾਂ ਨੂੰ ਜਾਂਦਾ ਹੈ। ਔਰ ਜਿਸ ਕਿਸਮ ਦੇ ਨਾਲ ਸ਼ਾਂਤੀਪੂਰਵਕ, ਆਪਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਇਹ ਵੱਡਾ ਇੱਕ ਪਵਿੱਤਰ ਦਿਹਾੜਾ ਸੀਗਾ, ਇੱਕ ਵੱਡਾ ਮੇਲਾ ਸੀ, ਤਿਉਹਾਰ ਸੀਗਾ, ਉਹਦੇ ਵਿੱਚ ਇਹ ਸਾਰੀ ਸਫਲਤਾ ਮਿਲੀ ਹੈ। ਸੋ ਇਸ ਕਰਕੇ ਪੰਜਾਬੀਆਂ ਨੂੰ ਵੀ ਇਹ ਵਧਾਈ ਜਾਂਦੀ ਹੈ। ਪੰਜਾਬੀ ਦੇ ਚਾਹੇ ਉਹ 18 ਸਾਲ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਚਾਹੇ ਨੌਜਵਾਨ ਹੋਣ, ਚਾਹੇ ਸਾਡੀਆਂ ਧੀਆਂ ਹੋਣ, ਭੈਣਾਂ ਹੋਣ, ਜਿਨ੍ਹਾਂ ਨੇ ਪਹਿਲੀ ਵਾਰੀ ਵੋਟਾਂ ਪਾਈਆਂ ਨੇ, ਉਹਨਾਂ ਨੂੰ ਵੀ ਵਧਾਈ ਜਾਂਦੀ ਹੈ। ਔਰ ਖਾਸ ਤੌਰ ਤੇ ਨੌਜਵਾਨਾਂ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬਜ਼ੁਰਗ ਨੇ, ਜਿਵੇਂ ਤੁਸੀਂ ਦੱਸਿਆ ਹੈ, ਇੱਕ ਬਹੁਤ ਕੁਝ ਜਿਹੜੀਆਂ ਨੇ ਕੁਝ ਥਾਵਾਂ ਦੇ ਉੱਤੇ ਬੜੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਨੇ, ਔਰ ਖਾਸ ਤੌਰ ਤੇ ਸਾਡੇ ਜਿਹੜੇ ਬਜ਼ੁਰਗਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਵੀ ਇਹ ਵਧਾਈ ਜਾਂਦੀ ਹੈ। ਉਹ ਉਸ ਹਾਲਤ ਦੇ ਵਿੱਚ, ਕਿਉਂਕਿ ਥੋੜਾ ਬਹੁਤ ਬੰਦਾ ਬਿਮਾਰ ਹੁੰਦਾ, ਕੋਈ ਨਾ ਕੋਈ ਉਹਨੂੰ ਸਿੰਪਟਮ ਜ਼ਰੂਰ ਹੁੰਦੇ ਨੇ,
ਕਿ ਉਹਨਾਂ ਦਾ ਜਿਹੜਾ ਹੈਗਾ ਸਰਦੀਆਂ 'ਚ ਖਾਸ ਤੌਰ ਤੇ ਬਜ਼ੁਰਗਾਂ ਦੇ ਲਈ ਕਾਫੀ ਔਖਾ ਹੁੰਦਾ ਬਾਹਰ ਨਿਕਲਣਾ, ਔਰ ਇਸ ਦੇ ਬਾਵਜੂਦ ਉਹ ਬਾਹਰ ਨਿਕਲੇ, ਉਹਨਾਂ ਨੇ ਆਪਣੀ ਵੋਟ ਪਾਈ ਔਰ ਵੋਟਾਂ ਦੇ ਦੌਰਾਨ ਉਹਨਾਂ ਨੇ ਆਪਣੀ ਮੌਤ ਨੂੰ ਗਲੇ ਲਗਾਇਆ। ਇਹਦੇ ਲਈ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਔਰ ਭਾਰਤੀ ਲੋਕਤੰਤਰ ਨੂੰ ਦੇ ਵਿੱਚ ਵਿਸ਼ਵਾਸ ਰੱਖਣਾ। ਜਾ ਰਿਹਾ, ਕੁਝ ਰਿਪੋਰਟਾਂ ਇਹ ਵੀ ਛਪੀਆਂ ਨੇ ਕਿ ਪਿਛਲੀ ਵਾਰ ਦੇ ਜੀ ਮੁਕਾਬਲੇ 7% ਦੀ ਵੋਟਾਂ ਘੱਟ ਹੋਈਆਂ ਨੇ। ਜੀ ਬਿਲਕੁਲ, ਪਿਛਲੇ ਵਾਰੀ ਤੁਸੀਂ ਦੇਖੋਗੇ ਕਿ ਲਗਭਗ 80 ਦੇ 77 ਦੇ ਨੇੜੇ ਸੀਗੀਆਂ, 77% ਜਿਹੜੀ ਹੈਗੀ ਹੈ ਬਹੁਤ ਹੁੰਦੀ ਹੈ। ਔਰ ਇਹਦਾ ਵੱਡਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਪਿਛਲੇ ਜਦੋਂ ਅਸੀਂ 17 ਦੀਆਂ ਚੋਣਾਂ ਵੇਖਦੇ ਹਾਂ ਔਰ 17 ਦੀਆਂ ਚੋਣਾਂ ਦੇ ਦੌਰਾਨ ਇੱਕ ਤਾਂ ਵੱਡੀ ਗੱਲ ਇਹ ਸੀਗੀ ਕਿ 10 ਸਾਲਾਂ ਦਾ ਅਕਾਲੀ ਦਲ ਔਰ ਬੀਜੇਪੀ ਦਾ ਜਿਹੜਾ ਰਜੀਮ ਸੀਗਾ ਉਹਦੇ ਵਿਰੁੱਧ ਲੋਕਾਂ ਨੂੰ ਗੁੱਸਾ ਜ਼ਰੂਰ ਸੀਗਾ, ਉਹਦੇ ਵਿਰੁੱਧ ਕਿਤੇ ਨਾ ਕਿਤੇ ਜ਼ਰੂਰ ਇਹਨੂੰ ਲੋਕਾਂ ਨੂੰ ਲੱਗਦਾ ਸੀਗਾ ਕਿ ਅਸੀਂ ਸਰਕਾਰ ਜਿਹੜੀ ਹੈਗੀ ਪਲਟਣੀ, ਔਰ ਉਹਨਾਂ ਨੇ ਉਹ ਪਲਟੀ ਵੀ। ਔਰ ਪੂਰੇ ਪੋਲੀਟੀਕਲ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਾਂਗਰਸ ਨੂੰ ਕਿ 80 ਦੇ 77 ਸੀਟਾਂ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਪਹਿਲੀ ਵਾਰੀ ਉਹਨਾਂ ਨੂੰ ਸੀਟਾਂ ਮਿਲੀਆਂ ਸੀਗੀਆਂ। ਸੋ ਕਹਿਣ ਦਾ ਮਤਲਬ ਹੈ ਕਿ ਵੱਡੀ ਤਬਦੀਲੀ ਨੂੰ ਲੋਕ ਜਦੋਂ ਚਾਹੁੰਦੇ ਆ ਉਦੋਂ ਲੋਕ ਖੁੱਲ੍ਹ ਕੇ ਬਾਹਰ ਆਉਂਦੇ ਆ। ਸੋ ਇਸ ਵਾਰੀ ਵੀ ਤੁਸੀਂ ਦੇਖਿਆ ਕਿ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਸੀਗਾ, ਜਾਂ ਮਾਲਵੇ ਦੇ ਵਿੱਚ ਜਿੱਦਾਂ ਦਾ ਮਾਹੌਲ ਉਤਸ਼ਾਹ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਬਣਿਆ ਹੋਇਆ ਸੀਗਾ, ਉੱਥੋਂ ਹੀ ਪਤਾ ਲੱਗਦਾ ਹੈ ਕਿ ਲੋਕ ਇਸ ਵੇਲੇ ਬਦਲ ਦੀ ਚਾਹ ਦੇ ਵਿੱਚ ਜਿਹੜੇ ਸੀ ਬਾਹਰ ਨਿਕਲ ਰਹੇ ਸੀਗੇ ਔਰ ਆਪਣੀਆਂ ਵੋਟਾਂ ਭੁਗਤਾ ਰਹੇ ਸੀਗੇ। ਸੋ ਕੁੱਲ ਮਿਲਾ ਕੇ ਜੇਕਰ ਆਪਾਂ ਕਹਿ ਸਕਦੇ ਹਾਂ ਕਿ ਜੇ ਤੁਸੀਂ ਆਪਾਂ ਦੱਸਿਆ ਹੈ ਕਿ 70.20% ਜੇ VOTING ਪਈ ਹੈ ਤਾਂ ਇਹ ਇੱਕ ਬਹੁਤ ਵਧੀਆ ਅੰਕੜਾ ਕਹਿ ਸਕਦੇ ਹਾਂ, ਕਿ ਚੰਗਾ ਅੰਕੜਾ ਕਹਿ ਸਕਦੇ ਹਾਂ। ਔਰ ਬਾਕੀ ਮੁਕਾਬਲੇ ਆਪਾਂ ਇਸ ਵੇਲੇ ਯੂਪੀ ਦੇ ਵਿੱਚ ਵੀ ਜਾਂ ਬਾਕੀ ਸਟੇਟਾਂ ਦੇ ਵਿੱਚ ਵੀ ਚੋਣਾਂ ਹੋ ਰਹੀਆਂ ਨੇ, ਜੇ ਆਪਾਂ ਉੱਥੋਂ ਜੇਕਰ ਵੱਧ VOTING ਹੁੰਦੀ ਹੈ ਪੰਜਾਬ ਦੇ ਵਿੱਚ ਤਾਂ ਲਾਜ਼ਮੀ ਤੌਰ ਤੇ ਪੰਜਾਬ ਦਾ ਜਿਹੜਾ ਵੋਟਰ ਹੈ ਉਹ ਇੱਕ ਕੌਨਸ਼ੀਅਸ, ਇੱਕ ਚੇਤੰਨ ਵੋਟਰ ਹੈ ਔਰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ, ਔਰ ਉਹਨਾਂ ਨੇ ਬਕਾਇਦਾ ਤੌਰ ਤੇ ਕੱਲ ਕੀਤਾ ਵੀ ਹੈ। ਔਰ ਇਹਦੇ ਰਿਜ਼ਲਟ ਜਿਵੇਂ ਤੁਸੀਂ ਦੱਸਿਆ ਹੈ ਕਿ 10 ਤਰੀਕ ਨੂੰ ਬੇਸ਼ੱਕ ਆਉਣਗੇ, ਪਰ ਕੁਝ ਜਿਹੜੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਕਿਆਸ ਰਾਈਆਂ ਜਾਂ ਕੁਝ ਅੰਦਾਜ਼ੇ ਜਿਹੜੇ ਨੇ ਇਹਨਾਂ VOTING ਪਰਸੈਂਟੇਜ ਤੋਂ ਵੀ ਲਾਏ ਜਾ ਸਕਦੇ ਨੇ। ਇਹਦਾ ਮਤਲਬ ਹੈ ਕਿ ਲੋਕਾਂ ਦੇ ਵਿੱਚ ਪਾਸੇ ਆਉਣ ਲੱਗਿਆ ਸੀਗਾ VOTING ਪਰਸੈਂਟੇਜ ਜੀ ਜੀ ਆਪਾਂ ਜੀ ਸੋਚਾਂਗੇ ਬਾਅਦ ਚ ਗੱਲਬਾਤ ਕਰਦੇ। ਪਰ ਜਿਸ ਤਰੀਕੇ ਦੇ ਨਾਲ ਕੱਲ VOTING ਹੋ ਰਹੀ ਸੀ ਤੇ ਵੱਖ-ਵੱਖ ਉਮੀਦਵਾਰਾਂ ਦੇ ਵੱਲੋਂ ਜਿੱਥੇ ਆਪਣੀ ਇੰਡੀਵਿਜੂਅਲੀ ਤੌਰ ਤੇ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਸੀ, ਤਾਂ ਉੱਥੇ ਹੀ ਆਪਣੀਆਂ ਪਾਰਟੀਆਂ ਦੇ ਮੱਦੇਨਜ਼ਰ ਵੀ ਉਹਨਾਂ ਦੇ ਵੱਲੋਂ ਦਾਅਵੇ ਠੋਕੇ ਜਾ ਰਹੇ ਸੀ ਕਿ ਸਾਨੂੰ ਬਹੁਮਤ ਮਿਲੇਗੀ, ਅਸੀਂ ਸਰਕਾਰ ਬਣਾਵਾਂਗੇ, ਚਾਹੇ ਉਹ ਬੀਜੇਪੀ ਵਾਲੇ ਹੋਣ। ਹੋ ਸਕਦਾ ਕਿ ਬੀਜੇਪੀ ਵਾਲਿਆਂ ਦੀਆਂ ਇਹ ਗੱਲਾਂ ਸੁਣ ਕੇ ਲੋਕੀ ਜਿਹੜੇ ਹੈਰਾਨ ਜ਼ਰੂਰ ਹੁੰਦੇ ਹੋਣ, ਪਰ ਦਾਅਵੇ ਜ਼ਰੂਰ ਠੋਕੇ ਗਏ। ਉਧਰੋਂ ਜੇ ਮੈਂ ਗੱਲ ਕਰਾਂ ਅਕਾਲੀ ਦਲ ਦੀ, ਉਹਨਾਂ ਦੇ ਵੱਲੋਂ ਵੀ ਦਾਅਵੇ ਠੋਕੇ ਗਏ, ਕਾਂਗਰਸੀ ਅਤੇ ਆਮ ਆਦਮੀ ਪਾਰਟੀ ਵਾਲੇ ਵੀ ਪਿੱਛੇ ਨਹੀਂ ਰਹੇ। ਬੇਸ਼ੱਕ ਇਹਨਾਂ ਦੇ ਵੱਲੋਂ ਸਾਰਿਆਂ ਦੇ ਵੱਲੋਂ ਹੀ ਜਿਹੜੇ ਇਹ ਦਾਅਵੇ ਠੋਕੇ ਜਾ ਰਹੇ ਹੋਣ, ਪਰ ਲੋਕ ਹਾਲੇ ਵੀ ਡਾਕਟਰ ਸਾਹਿਬ ਦੁਜਿੱਤੀ ਚ ਨੇ। ਬੇਸ਼ੱਕ ਵੋਟਾਂ ਪੈ ਗਈਆਂ, ਹਾਲੇ ਵੀ ਲੋਕਾਂ ਦੇ ਮਨ ਦੇ ਵਿੱਚ ਉਹੀ ਸਵਾਲ ਵੱਡਾ ਖੜਾ ਹੋਇਆ ਕਿ ਆਖਰ ਸਰਕਾਰ ਬਣੂ ਕਿਸ ਦੀ, ਆਖਰ ਸੱਤਾ ਦੀ ਚਾਬੀ ਹੱਥ ਆਊ ਕਿਸ ਦੇ। ਕੀ ਲੱਗਦਾ ਕਿ ਹਾਲਾਂਕਿ ਅੰਦਾਜ਼ਾ ਲਗਾਉਣਾ ਹਾਲੇ ਤਾਂ ਮੁਸ਼ਕਿਲ ਹੈ, ਪਰ ਫਿਰ ਵੀ ਜੋ ਹਵਾ ਕੱਲ ਆਪਾਂ, ਕਿਉਂਕਿ ਤੁਸੀਂ ਵੀ ਦਿਨ ਭਰ ਚੈਨਲ ਦੇ ਨਾਲ ਜੁੜੇ ਰਹੇ ਹੋ, ਤੁਸੀਂ ਵੀ ਪੈਣੀ ਨਜ਼ਰ ਬਣਾਈ ਰੱਖੀ ਹੈ ਪੂਰੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਪਰ, ਤਾਂ ਕੀ ਲੱਗਦਾ ਸੀ ਡਾਕਟਰ ਸਾਹਿਬ ਹਵਾ ਕਿਸ ਦੀ ਲੱਗ ਰਹੀ ਸੀ ਅੰਦਾਜ਼ਨ ਤੌਰ ਤੇ ਜੇ ਮੈਂ ਗੱਲਬਾਤ ਕਰਾਂ? ਹਾਲਾਂਕਿ ਫਾਈਨਲ ਅੰਕੜੇ ਜਾਂ ਆਪਾਂ ਜਿਹੜਾ ਓਪੀਨੀਅਨ ਪੋਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਦੱਸਦੇ ਰਹਾਂਗੇ, ਕਿਉਂਕਿ ਰਾਤ ਹੀ ਲੈ ਵੋਟਾਂ ਬੀਤੀ ਸ਼ਾਮ ਹੀ ਹਲੇ ਖਤਮ ਹੋਈਆਂ ਤੇ ਵਿੱਚ ਰਾਤ ਲੰਘੀ, ਅੱਜ ਸਵੇਰ ਹੁੰਦਿਆਂ ਆਪਾਂ ਈਡੀਸੀ ਦੀ ਰਿਜ਼ਲਟ ਦੇ ਦਈਏ ਇਹ ਸੁਭਾਵਿਕ ਨਹੀਂਗਾ। ਪਰ ਫਿਰ ਵੀ ਜੇ ਮੈਂ ਅੰਦਾਜ਼ਨ ਤੌਰ ਤੇ ਗੱਲਬਾਤ ਕਰਾਂ ਕਿ ਕੱਲ ਹਵਾ ਕਿਸ ਦੀ ਦਿਖਾਈ ਦੇ ਰਹੀ ਸੀ? ਸੁਖਵਿੰਦਰ ਜੀ ਦੇਖੋ, ਜਿਵੇਂ ਤੁਸੀਂ ਕਿਹਾ ਹੈ ਕਿ ਇਸ ਵੇਲੇ ਅਸੀਂ ਕੋਈ ਫਾਈਨਲ ਰਿਜ਼ਲਟ ਤਾਂ ਨਹੀਂ ਦੇ ਸਕਦੇ, ਪਰ ਕੁਝ ਅੰਦਾਜ਼ੇ ਜਿਹੜੇ ਨੇ ਉਹ ਜ਼ਰੂਰ ਲਗਾਏ ਜਾ ਸਕਦੇ ਨੇ। ਫੋਰ ਐਗਜ਼ਾਮਪਲ ਸਾਡੇ ਕੋਲੇ ਜਿਵੇਂ ਤੁਸੀਂ ਮਾਲਵਾ ਏਰੀਏ ਦੀ ਗੱਲ ਕਰਦੇ ਆ, ਆਪਾਂ ਜੇਕਰ ਪੰਜਾਬ ਨੂੰ ਮਾਲਵਾ, ਦੁਆਬਾ, ਪੁਆਧ ਔਰ ਮਾਝੇ 4 ਹਿੱਸਿਆਂ ਦੇ ਵਿੱਚ ਵੰਡ ਕੇ ਵੇਖੀਏ ਤਾਂ ਇਹਨਾਂ ਚਾਰੇ ਹਿੱਸਿਆਂ ਦੇ ਵਿੱਚ ਜਿਹੜੇ VOTING ਦੇ ਪੈਟਰਨ ਸੀਗੇ ਉਹ ਵੱਖਰੇ ਵੱਖਰੇ ਤੁਹਾਨੂੰ ਨਜ਼ਰ ਆਉਣਗੇ। ਖਾਸ ਤੌਰ ਤੇ ਇਸੇ ਤਰ੍ਹਾਂ ਤੁਸੀਂ ਪਿੰਡਾਂ ਦੇ ਵਿੱਚ ਪੈਟਰਨ ਵੱਖਰਾ ਸੀਗਾ, ਸ਼ਹਿਰਾਂ ਦੇ ਵਿੱਚ ਵੱਖਰਾ ਸੀਗਾ। ਇਸੇ ਤਰ੍ਹਾਂ ਮਾਝੇ ਦੇ ਜਿਹੜੇ ਪਿੰਡ ਨੇ ਉਹ ਵੱਖਰੇ ਸੀਗੇ, ਦੁਆਬੇ ਦੇ ਪਿੰਡਾਂ ਦੇ ਵਿੱਚ ਜਿਹੜੀ ਹਵਾ ਵੱਖਰੀ ਸੀਗੀ। ਇਸੇ ਤਰ੍ਹਾਂ ਮਾਝੇ ਦੇ ਸ਼ਹਿਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਗਿਣਤੀ ਬਹੁਤ ਘੱਟ ਰਹੀ ਹੈ। ਖਾਸ ਤੌਰ ਤੇ ਤੁਸੀਂ ਤਰਨਤਾਰਨ ਦਾ ਏਰੀਆ ਦੇਖੋਗੇ ਜਿੱਥੇ ਕਿ ਲਗਭਗ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਘੱਟ VOTING ਹੋਈ ਹੈ। ਇਸ ਤਰ੍ਹਾਂ ਤੁਸੀਂ ਮਾਨਸਾ ਦਾ ਏਰੀਆ ਦੇਖੋਗੇ ਜਿੱਥੇ ਕਿ ਬਹੁਤ ਜ਼ਿਆਦਾ VOTING ਹੋਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੇ ਚੀਜ਼ਾਂ ਨੂੰ ਜਦੋਂ ਅਸੀਂ ਪੈਟਰਨ ਨੂੰ ਸਮਝਾਂਗੇ ਤਾਂ ਇੱਕ ਅੰਦਾਜ਼ਾ ਸਾਡੇ ਕੋਲੇ ਜ਼ਰੂਰ ਸਾਹਮਣੇ ਆਏਗਾ। ਔਰ ਉਹ ਅੰਦਾਜ਼ਾ ਜਿਵੇਂ ਲੱਗ ਰਿਹਾ ਹੈ ਕਿ ਮਾਲਵੇ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਮਾਲਵੇ ਤੋਂ ਸ਼ੁਰੂ ਕਰੀਏ
ਤਾਂ ਮਾਲਵੇ ਦੇ ਵਿੱਚ ਸਭ ਤੋਂ ਜ਼ਿਆਦਾ ਜੇਕਰ ਵੋਟਾਂ ਨੇ ਜਾਂ ਜੇਕਰ ਸਭ ਤੋਂ ਜ਼ਿਆਦਾ ਸੀਟਾਂ ਨੇ ਲਗਭਗ 70 ਦੇ ਕਰੀਬ 1/70 ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਸੀਟਾਂ ਮਾਲਵੇ ਦੀਆਂ ਨੇ। ਸੋ ਇਸ ਮਾਲਵੇ ਦੇ ਵਿੱਚ ਜੇਕਰ ਉਤਸ਼ਾਹ ਨੂੰ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਤਾਂ ਉੱਥੋਂ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਬਦਲ ਦੇ ਪ੍ਰਤੀ ਜਿਹੜਾ ਉਤਸ਼ਾਹ ਸੀਗਾ ਕਿ ਇਸ ਵਾਰੀ ਅਸੀਂ ਨਵਾਂ ਬਦਲ ਲੈ ਕੇ ਆਉਣਾ ਹੈ, ਔਰ ਉਹ ਕੋਈ ਵੀ ਬਦਲ ਹੋ ਸਕਦਾ ਹੈ। ਔਰ ਉਸ ਬਦਲ ਨੂੰ ਲੈ ਕੇ ਇੱਕ ਹਵਾ ਚੱਲ ਰਹੀ ਸੀ ਅੰਦਰ ਖਾਤੇ, ਉਸ ਹਵਾ ਨੂੰ ਲੋਕਾਂ ਨੇ VOTING ਜ਼ਰੂਰ ਕੀਤੀ ਹੈ। ਸੋ ਉੱਥੋਂ ਪਤਾ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਹ ਸਾਰੀ VOTING ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਵੱਲ ਜਾ ਰਹੀ ਹੋਵੇ। ਸੋ ਜੇਕਰ ਆਮ ਆਦਮੀ ਪਾਰਟੀ ਵਾਲੇ ਹਵਾ ਚੱਲ ਰਹੀ ਸੀਗੀ ਤਾਂ ਇਹਦਾ ਮਤਲਬ ਹੈ ਕਿ ਮਾਲਵੇ ਦੇ ਵਿੱਚ ਇੱਕ ਵੱਡੀ ਪੱਧਰ ਦੇ ਉੱਤੇ ਜਿਹੜੀ VOTING ਹੈ ਉਹ ਆਮ ਆਦਮੀ ਪਾਰਟੀ ਨੂੰ ਹੋਈ ਹੈ, ਔਰ ਚੰਗੀਆਂ ਸੀਟਾਂ ਇੱਥੋਂ ਕਹਿ ਸਕਦੇ ਹਾਂ ਕਿ ਲਗਭਗ 50 ਦੇ ਕਰੀਬ ਸੀਟਾਂ ਇੱਥੋਂ ਨਿਕਲਦੀਆਂ ਨਜ਼ਰ ਆ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਇਸੇ ਤਰ੍ਹਾਂ ਜਦੋਂ ਅਸੀਂ ਮਾਝੇ ਦੀ ਗੱਲ ਕਰਦੇ ਹਾਂ ਤਾਂ ਮਾਝੇ ਦੇ ਵਿੱਚ ਤੁਸੀਂ ਦੇਖੋਗੇ ਕਿ ਬੇਸ਼ੱਕ ਉਤਸ਼ਾਹ ਜਿਹੜਾ ਹੈਗਾ ਉਸ ਕਿਸਮ ਦਾ ਨਹੀਂ ਸੀਗਾ ਜਿਵੇਂ ਮਾਲਵੇ ਦੇ ਵਿੱਚ ਸੀਗਾ, ਪਰ ਕਿਤੇ ਨਾ ਕਿਤੇ ਜਿਹੜੀ ਲੋਕਾਂ ਦੇ ਵਿੱਚ ਬਦਲਾਅ ਔਰ ਤਬਦੀਲੀ ਦੀ ਗੱਲ ਹੈਗੀ ਸੀਗੀ ਕਿ ਉਹ ਲੋਕ ਚਾਹੁੰਦੇ ਸੀਗੇ ਕਿ ਇਸ ਵਾਰੀ ਅਸੀਂ ਮਾਝੇ ਦੇ ਲੋਕ ਵੀ ਜਿਹੜੇ ਨੇ ਉਹ ਤਬਦੀਲੀ ਕਰਨਾ ਚਾਹੁੰਦੇ ਆ। ਸੋ ਇਸ ਕਰਕੇ ਜੇਕਰ ਉੱਥੇ VOTING ਘੱਟ ਹੋਈ ਹੈ ਤਾਂ ਇਹਦਾ ਮਤਲਬ ਇਹੀ ਹੈ ਕਿ ਉੱਥੇ ਜਿਹੜਾ ਹੈਗਾ ਬਦਲਾਅ ਨੂੰ ਲੋਕ ਜਿਹੜੇ ਸੀਗੇ ਚਾਹ ਰਹੇ ਸੀਗੇ, ਔਰ ਜਿਹੜੇ ਲੋਕ ਪਰੰਪਰਾਵਾਦੀ ਜਾਂ ਰਵਾਇਤੀ ਪਾਰਟੀਆਂ ਨਾਲ ਜੁੜੇ ਹੋਏ ਸੀਗੇ ਹੋ ਸਕਦਾ ਹੈ ਕਿ ਉਹ ਬਹੁਤੀਆਂ VOTING ਕਰਨ ਆ ਗਏ ਹੁਣ, ਉਹਨਾਂ ਦੇ ਵਿੱਚ ਇੱਕ ਨਿਰਾਸ਼ਾ ਦਾ ਮਾਹੌਲ ਜ਼ਰੂਰ ਸੀਗਾ। ਔਰ ਉਹਨਾਂ ਨੇ ਇਹੀ ਖਬਰਾਂ ਵੀ ਸੀ ਨਾ ਕੋਈ ਥਾਵਾਂ ਦੇ ਉੱਪਰ ਕੁਝ ਦੋ ਪਿੰਡਾਂ ਨੇ ਤਾਂ ਜਿਵੇਂ ਆਪਾਂ ਗੱਲਬਾਤ ਕੀਤੀ ਸੀ ਰਸੂਲਪੁਰ ਦੇ ਬਸਿਆਣਾ ਜਿਹੜੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਜਿਹੜੇ ਪਿੰਡ ਸੀਗੇ ਉਹਨਾਂ ਦੇ ਵਿੱਚ ਦੋ ਪਿੰਡਾਂ ਦੀ ਤਾਂ ਕਹਿੰਦੇ ਪੂਰਨ ਤੌਰ ਤੇ ਬਾਈਕਾਟ ਹੀ ਕਰਤਾ ਸੀਗਾ, ਜਿਹੜੀਆਂ ਤੱਕ ਸਾਡੇ ਤੱਕ ਉਸ ਸਮੇਂ ਤੱਕ ਖਬਰਾਂ ਪਹੁੰਚੀਆਂ ਸੀਗੀਆਂ। ਉੱਥੇ ਕੋਈ ਵੀ ਵੋਟ ਜਿਹੜੀ ਪੋਲ ਨਹੀਂ ਸੀ ਹੋਈ, ਹਾਲਾਂਕਿ ਉਸ ਤੋਂ ਬਾਅਦ ਕੀ ਰਿਪੋਰਟਾਂ ਨੇ ਉਹ ਵੀ ਗੱਲਬਾਤ ਪਤਾ ਕਰਾਂਗੇ, ਪਰ ਉਹਨਾਂ ਦੇ ਵੱਲੋਂ ਪੂਰਨ ਤਰੀਕੇ ਦੇ ਨਾਲ ਬਾਈਕਾਟ ਸੀਗਾ ਕੱਲ, ਕਿਉਂਕਿ ਉਹਨਾਂ ਦੀਆਂ ਮਸ਼ੀਨਾਂ ਪਹਿਲਾਂ ਖਰਾਬ ਰਹੀਆਂ, ਲੇਟ ਮਸ਼ੀਨਾਂ ਚੱਲੀਆਂ ਤਾਂ ਉਹਨਾਂ ਨੇ ਬਾਈਕਾਟ ਕਰਤਾ। ਤਾਂ ਕਈ ਥਾਵਾਂ ਦੇ ਉੱਪਰ VOTING ਬੰਦ ਰਹੀ ਪਰ ਮਸ਼ੀਨਾਂ ਠੀਕ ਹੋਣ ਤੋਂ ਬਾਅਦ ਦੁਬਾਰਾ ਫਿਰ ਚੱਲ ਪਈ। ਇਸ ਦੇ ਕਾਰਨ ਵੀ ਜਿਹੜੀ ਪਰਸੈਂਟੇਜ ਜਾਂ ਵੋਟ ਘੱਟ ਪਈ ਕਹਿ ਸਕਦੇ ਆ, ਔਰ ਇਹਦਾ ਜਵਾਬ ਦੇ ਦਿਓ ਔਰ ਨਾਲ ਦੀ ਨਾਲ ਜਿਹੜਾ ਤੁਸੀਂ ਪਹਿਲਾਂ ਆਪਾਂ ਚੱਲ ਰਹੇ ਸੀ ਉਹਦਾ ਵੀ ਦੇ ਦਿਓ। ਜੀ ਦੇਖੋ, ਪਹਿਲੀ ਗੱਲ ਤਾਂ ਹੈ ਕਿ ਜਦੋਂ ਇਦਾਂ ਦੀ ਮਸ਼ੀਨਾਂ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਕਿ ਟੈਕਨੋਲੋਜੀਕਲ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਲਈ ਤਾਂ ਚੋਣ ਕਮਿਸ਼ਨ ਨੂੰ ਜਿਹੜਾ ਹੈਗਾ ਉਹ ਜਵਾਬਦੇਹੀ ਉਹਨਾਂ ਦੀ ਬਣਦੀ ਹੈ, ਔਰ ਉਹਨਾਂ ਨੂੰ ਜੇਕਰ ਉਹ ਸਮਾਂ ਬਰਬਾਦ ਹੋਇਆ ਹੈ ਇਹ ਸਾਨੂੰ ਮੰਨ ਲੈਣਾ ਚਾਹੀਦਾ ਕਿ ਜਿੰਨਾ ਟਾਈਮ ਵੇਸਟ ਹੋਇਆ ਹੈ ਤਾਂ ਉਹ ਐਕਸਟਰਾ ਟਾਈਮ ਜਿਹੜਾ ਹੈਗਾ ਉਹ ਦਿੱਤਾ ਜਾਣਾ ਚਾਹੀਦਾ ਹੈ। ਸੋ ਇਸ ਕਰਕੇ ਇਹਦੀ ਜ਼ਿੰਮੇਵਾਰੀ ਤਾਂ ਚੋਣ ਕਮਿਸ਼ਨ ਜਿਹੜੇ ਨੇ ਜਾਂ ਉੱਥੇ ਦੇ ਅਧਿਕਾਰੀ ਜਿਹੜੇ ਨੇ ਜਿਹੜੇ ਸਾਰੀਆਂ ਚੀਜ਼ਾਂ ਨੂੰ ਭੁਗਤਾ ਰਹੇ ਸੀ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਬਹੁਤ ਵੱਡੀ ਬਣਦੀ ਹੈ। ਸੋ ਉਹਨਾਂ ਨੂੰ ਉਸ ਸਮੱਸਿਆ ਨੂੰ ਟੈਕਲ ਕਰਨਾ ਚਾਹੀਦਾ ਸੀਗਾ। ਦੂਜੀ ਗੱਲ, ਜਦੋਂ ਅਸੀਂ ਕਹਿ ਰਹੇ ਹਾਂ ਕਿ ਮਾਝੇ ਦੇ ਵਿੱਚ ਲੋਕ ਕਿਉਂ ਘੱਟ ਆ ਰਹੇ ਸੀਗੇ, ਕਿਉਂ VOTING ਘੱਟ ਹੋ ਰਹੀ ਸੀਗੀ, ਇਹਦਾ ਮਤਲਬ ਇਹੀ ਹੈ ਕਿ ਮਾਝਾ ਜਿਹੜਾ ਹੈਗਾ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਰਵਾਇਤੀ ਪਾਰਟੀਆਂ ਦੇ ਨਾਲ ਬਹੁਤ ਨੇੜਿਓਂ ਜੁੜਿਆ ਰਿਹਾ ਹੈ, ਜਿਹਦੇ ਵਿੱਚ ਅਕਾਲੀ ਦਲ ਵੀ ਹੈ ਔਰ ਜਿਹਦੇ ਵਿੱਚ ਕਾਂਗਰਸ ਵੀ ਹੈ, ਔਰ ਇਹਨਾਂ ਦੇ ਨਾਲ ਆਪਾਂ ਕਹਿ ਸਕਦੇ ਕਿ ਕੁਝ ਏਰੀਆ ਦੇ ਵਿੱਚ BJP ਦੇ ਨਾਲ ਵੀ ਜਿਹੜਾ ਹੈਗਾ ਵੋਟ ਸ਼ੇਅਰ ਹੁੰਦੀ ਹੈ। ਸੋ ਇਸ ਕਰਕੇ ਇਹਨਾਂ ਦੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਦੀਆਂ ਜਿਹੜੀਆਂ ਵੋਟਾਂ ਸੀਗੀਆਂ ਇੱਥੋਂ ਹੀ ਲੱਗਦਾ ਕਿ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਸੀਗੀ, ਕਿਤੇ ਨਾ ਕਿਤੇ ਉਦਾਸੀ ਦੇਖਣ ਨੂੰ ਮਿਲ ਰਹੀ ਸੀਗੀ, ਔਰ ਹੋ ਸਕਦਾ ਹੈ ਕਿ ਉਹ ਜਿਹੜੀਆਂ ਰਵਾਇਤੀ ਪਾਰਟੀਆਂ ਦਾ ਵੋਟਰ ਹੈ ਉਹ ਬਹੁਤਾ ਬਾਹਰ ਨਾ ਨਿਕਲਣ ਦੀ ਉਹਨੇ ਕੋਸ਼ਿਸ਼ ਕੀਤੀ ਹੋਵੇ, ਕਿਉਂਕਿ ਉਹਦੇ ਵਿੱਚ ਨਿਰਾਸ਼ਾ ਹੀ ਇੰਨੀ ਚੱਲ ਰਹੀ ਸੀਗੀ, ਇਸ ਕਰਕੇ ਕੋਈ ਉਤਸ਼ਾਹ ਉਹਨੂੰ ਨਜ਼ਰ ਨਹੀਂ ਸੀ ਆ ਰਿਹਾ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ VOTING ਬਹੁਤ ਘੱਟ ਹੋਈ ਹੈ ਮਾਝੇ ਦੇ ਵਿੱਚ, ਔਰ ਇਹਦਾ ਨਤੀਜਾ ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਵੀ VOTING ਹੋਈ ਹੈ ਉਹਦੇ ਵਿੱਚੋਂ ਜ਼ਿਆਦਾਤਰ ਸ਼ੇਅਰ ਜਿਹੜਾ ਹੈਗਾ ਉਹ ਬਦਲਾਅ ਦੀਆਂ ਪਾਰਟੀਆਂ ਵੱਲ ਹੀ ਜਾ ਸਕਦਾ ਹੈ, ਨਵੇਂ ਬਦਲਾਅ। ਕਿਉਂਕਿ ਮਾਝੇ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਨੇ ਜ਼ਿਆਦਾ ਜ਼ੋਰ, ਜੇ ਪਿਛਲੇ 6 ਮਹੀਨਿਆਂ ਦਾ ਆਪਾਂ ਰਿਕਾਰਡ ਚੈੱਕ ਕਰਦੇ ਹਾਂ ਆਮ ਆਦਮੀ ਪਾਰਟੀ ਦਾ, ਚਾਹੇ ਉਹਦੇ ਵਿੱਚ ਕੇਜਰੀਵਾਲ ਜੀ ਹੋਰਾਂ ਦੇ ਜਿਹੜੇ ਗੇੜੇ ਨੇ ਉਹ ਗੇੜੇ ਤੇ ਗੇੜਾ ਮਾਝੇ ਦੇ ਵਿੱਚ ਰੱਖਿਆ, ਚਾਹੇ ਤੁਸੀਂ ਦੇਖਿਆ ਹੋਵੇਗਾ ਕਿ ਹੋਰ ਜਿਹੜੇ ਵੱਡੇ ਲੀਡਰ ਨੇ ਆਪਣਾ ਮਾਝੇ ਦੇ ਵਿੱਚ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਉੱਤੇ ਫੋਕਸ ਜ਼ਿਆਦਾ ਜਿਹੜਾ ਸੀਗਾ ਕੀਤਾ ਗਿਆ, ਔਰ ਉਸ ਫੋਕਸ ਦੇ ਵਿੱਚੋਂ ਕਿਤੇ ਨਾ ਕਿਤੇ ਉਹਦਾ ਫਾਇਦਾ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਨੂੰ ਮਿਲਦਾ ਨਜ਼ਰ ਆ ਰਿਹਾ ਹੈ। ਸੋ ਇਸੇ ਕਰਕੇ ਵੱਡੀ ਗੱਲ ਦੂਜੀ ਜਿਹੜੀ ਹੋਈ ਹੈ ਉਹ ਸੀਗੀ ਕਿ ਇਸ ਵਾਰੀ ਜਿਹੜਾ ਹੈਗਾ ਖਾਸ ਤੌਰ ਤੇ ਅਕਾਲੀ ਦਲ ਔਰ ਕਾਂਗਰਸ ਦੇ ਵਿੱਚ, ਕਿਉਂਕਿ ਮਾਝਾ ਬ੍ਰਿਗੇਡ ਆਪਾਂ ਸਾਰੇ ਜਾਣਦੇ ਹਾਂ ਕਿ ਮਾਝੇ ਦੇ ਵਿੱਚ ਕਾਂਗਰਸ ਦਾ ਕਿਤੇ ਕਿਸੇ ਵੇਲੇ ਵੱਡਾ ਗੜ ਰਿਹਾ ਹੈ, ਔਰ ਇਸ ਵਾਰੀ ਕਾਂਗਰਸ ਦੇ ਵਿੱਚ ਜਿਹੜਾ ਚਿਹਰਾ ਸੀਗਾ ਉਹ ਚਿਹਰਾ ਚੰਨੀ ਸਾਹਿਬ ਦਾ ਐਲਾਨ ਕਰਨ ਤੋਂ ਬਾਅਦ ਇੱਕ ਕਿਸਮ ਦੀ ਜਿਹੜੀ ਹੈਗੀ ਹੈ ਨਿਰਾਸ਼ਾ ਵੀ ਸੀਗੀ, ਔਰ ਦੂਜੀ ਸੀਗੀ ਆਪਸੀ ਖਿੱਚੋਤਾਣ। ਜਿਹੜੀ ਗੱਲ ਸਾਨੂੰ ਸਮਝਣ ਵਾਲੀ ਹੈ
ਉਹ ਇਹੀ ਹੈ ਕਿ ਚਾਹੇ ਤੁਸੀਂ ਬਟਾਲੇ ਦੀ ਗੱਲ ਕਰ ਲਓ, ਜਿਹਦੇ ਵਿੱਚ ਤ੍ਰਿਪਤ ਰਜਿੰਦਰ ਬਾਜਵਾ ਹੋਰੀ ਨੇ, ਸੁੱਖੀ ਰੰਧਾਵਾ ਜੀ ਨੇ, ਜਾਂ ਹੋਰ ਜਿਹੜੇ ਨੇ ਵੱਡੇ ਲੀਡਰ ਨੇ ਕਾਂਗਰਸ ਦੇ, ਉਹ ਕਿਤੇ ਨਾ ਕਿਤੇ ਆਪਸੀ ਫੁੱਟ ਦਾ ਸ਼ਿਕਾਰ ਤੁਹਾਨੂੰ ਜ਼ਰੂਰ ਨਜ਼ਰ ਆਏ ਹੋਣਗੇ। ਔਰ ਉਹਦਾ ਫੁੱਟ ਦਾ ਨਤੀਜਾ ਕੀ ਨਿਕਲਿਆ? ਫੁੱਟ ਦਾ ਨਤੀਜਾ ਇਹੀ ਹੈ ਕਿ ਅਖੀਰ ਨੂੰ ਕਾਂਗਰਸ ਨੂੰ ਜਿਹੜਾ ਹੈਗਾ ਉਹਦੇ ਵਿੱਚ ਵੋਟ ਸ਼ੇਅਰ ਦੇ ਵਿੱਚ ਕਮੀ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਤੁਹਾਨੂੰ ਦਿਖਾਈ ਦਿੱਤੀ ਹੋਵੇਗੀ। ਇਸੇ ਤਰ੍ਹਾਂ ਤੁਸੀਂ ਦੇਖੋਗੇ ਕਿ ਜਦੋਂ ਅਸੀਂ ਨਵਜੋਤ ਸਿੰਘ ਸਿੱਧੂ ਦੇ ਏਰੀਏ ਦੀ ਗੱਲ ਕਰਦੇ ਹਾਂ, ਅੰਮ੍ਰਿਤਸਰ ਸਾਹਿਬ ਦੀ ਗੱਲ ਕਰਦੇ ਹਾਂ, ਤਾਂ ਉਸ ਏਰੀਏ ਦੇ ਵਿੱਚ ਵੀ ਜਦੋਂ ਤੁਸੀਂ ਆਪਣੇ ਚਹੇਤੇ ਨੂੰ ਜਾਂ ਆਪਣੇ ਵੱਡੇ ਲੀਡਰ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਪਾ ਰਹੀ ਸੀਗੀ, ਉਸ ਵੇਲੇ ਦੀ ਆਪਾਂ ਸਾਰੇ ਜਾਣਦੇ ਹਾਂ ਕਿ ਰਾਹੁਲ ਗਾਂਧੀ ਜੀ ਨੇ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀਗਾ, ਤਾਂ ਕਿਤੇ ਨਾ ਕਿਤੇ ਉਹ ਨਿਰਾਸ਼ਾ ਵੀ ਜਿਹੜੀ ਹੈਗੀ ਆ ਵੇਖਣ ਨੂੰ ਮਿਲੀ ਹੈ। ਔਰ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਜ਼ਿਆਦਾ ਜ਼ੋਰ ਜਿਹੜਾ ਹੈਗਾ ਆਪਣੇ ਏਰੀਏ ਦੇ ਵਿੱਚ ਲਾਉਣਾ ਪਿਆ। ਕਿਤੇ ਤਾਂ ਉਹਨਾਂ ਦਾ ਫਰਜ਼ ਇਹ ਬਣਦਾ ਸੀਗਾ ਕਿ ਉਹ ਬਾਕੀ ਜਿਹੜੇ ਉਮੀਦਵਾਰਾਂ ਦੀ ਹੈਲਪ ਕਰਦੇ, ਉਹਨਾਂ ਦੇ ਨਾਲ ਜਾਂਦੇ ਔਰ ਉੱਥੋਂ ਜਿਹੜਾ ਹੈਗਾ ਆਪਣਾ ਉੱਥੋਂ ਵੋਟ ਸ਼ੇਅਰ ਉਹਨਾਂ ਨੂੰ ਕੱਢ ਕੇ ਦਿੰਦੇ। ਪਰ ਇਸ ਵਾਰੀ ਕੀ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਥਾਂ ਦੇ ਉੱਤੇ ਜਿਹੜਾ ਹੈਗਾ ਉਹ ਫੋਕਸ ਕਰਨਾ ਪਿਆ, ਆਪਣੀ ਸੀਟ ਬਚਾਉਣ ਦੇ ਲਈ ਬਹੁਤ ਤਰੱਦਦ ਕਰਨਾ ਪਿਆ, ਕਿਉਂਕਿ ਸਾਰਾ ਜਿੰਨਾ ਵੀ ਮਾਫੀਆ ਸੀਗਾ ਉਹਨਾਂ ਨੇ ਮਾਫੀਏ ਦੇ ਰਾਹੀਂ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਅਕਾਲੀ ਦਲ ਦਾ ਮਾਫੀਆ ਹੋਵੇ, ਅਕਾਲੀ ਦਲ ਦੇ ਵਿੱਚ ਜਿਹੜੇ ਸ਼ਾਮਲ ਲੋਕ ਸੀਗੇ, ਜਾਂ ਈਵਨ ਜਿਹੜੇ ਆਪਣਾ ਕਾਂਗਰਸ ਦੀ ਲੀਡਰਸ਼ਿਪ ਹੈ, ਉਹ ਵੀ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਉਹਨਾਂ ਨੂੰ ਹਰਾਉਣ ਦੇ ਵਿੱਚ ਕੋਸ਼ਿਸ਼ ਕਰ ਰਹੀ ਸੀ। ਸੋ ਕਹਿ ਸਕਦੇ ਹਾਂ ਗੱਲ ਇਹ ਰਹੀ ਕਿ ਜਿੱਥੇ ਪੂਰੇ ਪੰਜਾਬ ਦੀਆਂ ਨਜ਼ਰਾਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਾਲੀ ਸੀਟ ਤੇ ਸੀਗੀਆਂ, ਉਮੀਦ ਕੀਤੀ ਜਾ ਰਹੀ ਸੀ ਕਿ ਜਿੱਥੇ ਰਿਜ਼ਲਟ ਜਾਣਨ ਦੇ ਲਈ ਉਸ ਦਾ ਉਤਸ਼ਾਹ ਲੋਕਾਂ ਦੇ ਵਿੱਚ ਹੈਗਾ ਤਾਂ VOTING ਦੇ ਵੀ ਹੋਊਗਾ, ਪਰ ਉੱਥੇ ਵੀ ਕਾਫੀ ਜ਼ਿਆਦਾ ਪਰਸੈਂਟੇਜ ਘੱਟ ਪਈ ਹੈ। ਡਾਕਟਰ ਸਾਹਿਬ ਬਿਲਕੁਲ ਉਹਦਾ ਵੱਡਾ ਕਾਰਨ ਇਹੀ ਹੈ ਕਿ ਇਹਨਾਂ ਦੋਵਾਂ ਰਵਾਇਤੀ ਪਾਰਟੀਆਂ ਤੋਂ ਲੋਕਾਂ ਦੀ ਜਿਹੜੀ ਨਿਰਾਸ਼ਾ ਸੀਗੀ ਉਹ ਜ਼ਿਆਦਾ ਮਾਝੇ ਦੇ ਵਿੱਚ ਵੇਖਣ ਨੂੰ ਮਿਲੀ ਹੈ, ਕਿਉਂਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਅਸੀਂ ਹਰ ਵਾਰ ਬਦਲ ਕੇ ਇੱਕ ਪਾਰਟੀ ਨੂੰ ਹਰਾਉਣੇ ਆ, ਫਿਰ ਦੂਜੀ ਨੂੰ ਜਿਤਾ ਦਿੰਦੇ ਆ, ਫਿਰ ਦੂਜੀ ਨੂੰ ਹਰਾਉਣੇ ਆ। ਇਹੀ ਸਿਲਸਿਲਾ ਮਾਝੇ ਦੇ ਵਿੱਚ ਚੱਲਦਾ ਆ ਰਿਹਾ ਸੀਗਾ। ਇਸ ਵਾਰੀ ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਇਹਦੇ ਨਾਲ ਤਾਂ ਵੋਟ ਹੀ ਨਾ ਪਾਈਏ, ਯਾਨੀ ਕਿ ਇੱਕ ਨਿਰਾਸ਼ਾ ਤੁਸੀਂ ਦੇਖੋਗੇ ਕਿ ਮਾਝੇ ਦੇ ਜਿਹੜੇ ਵੋਟਰਾਂ ਦੇ ਵਿੱਚ ਤੁਸੀਂ ਦੇਖੋਗੇ ਉਹ ਨਿਰਾਸ਼ਤਾ ਦਾ ਮਾਹੌਲ ਜ਼ਰੂਰ ਤੁਹਾਨੂੰ ਇਹਨਾਂ ਚੋਣਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਔਰ ਇਹਦਾ ਨਤੀਜਾ ਕੀ ਨਿਕਲ ਰਿਹਾ? ਇਹਦਾ ਨਤੀਜਾ ਇਹੀ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੂੰ ਸੋਚਣਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਿ ਇਹਨਾਂ ਦੇ ਵਿੱਚ ਕਮੀ ਕਿੱਥੇ ਹੈ। ਇਹਨਾਂ ਦੀਆਂ ਜਿਹੜੀਆਂ ਤਰਮੀਮਾਂ ਨੇ, ਖਾਸ ਤੌਰ ਤੇ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਬਿਆਨ ਪੜੋ ਪਿਛਲੇ ਦਿਨਾਂ ਦੇ ਵਿੱਚ, ਖਾਸ ਤੌਰ ਤੇ ਜੇ ਆਪਾਂ ਕੱਲ ਦਾ ਬਿਆਨ ਵੀ ਦੇਖੀਏ, ਉਹਨਾਂ ਨੇ ਕਿਹਾ ਕਿ ਲੋਕ ਇਸ ਵੇਲੇ ਤਬਦੀਲੀ ਚਾਹੁੰਦੇ ਨੇ, ਲੋਕ ਇਸ ਵੇਲੇ ਨਵਾਂ ਜਿਹੜਾ ਹੈਗਾ ਰਾਜ ਚਾਹੁੰਦੇ ਆ। ਸੋ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹੀ ਹੈ ਕਿ ਲੋਕਾਂ ਦੇ ਵਿੱਚ ਰਵਾਇਤੀ ਪਾਰਟੀਆਂ ਦੇ ਪ੍ਰਤੀ ਇੱਕ ਨਿਰਾਸ਼ਾ ਜ਼ਰੂਰ ਝਲਕਦੀ ਆ ਰਹੀ ਹੈ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਰਵਾਇਤੀ ਪਾਰਟੀਆਂ ਅਕਾਲੀ ਦਲ ਹੋਣ, ਚਾਹੇ ਤੁਸੀਂ ਦੇਖੋਗੇ ਕਾਂਗਰਸ ਹੋਵੇ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਫਾਇਦਾ ਕਿਹਨੂੰ ਜਾਏਗਾ? ਹੁਣ ਜੇਕਰ ਉੱਥੇ ਇੱਕ ਵਿਰੋਧ ਦੀ ਭਾਵਨਾ ਨਜ਼ਰ ਆ ਰਹੀ ਹੈ ਤਾਂ ਇਹਦਾ ਫਾਇਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਮਿਲਦਾ ਨਜ਼ਰ ਆ ਰਿਹਾ ਹੈ ਮਾਝੇ ਦੇ ਵਿੱਚ ਵੀ। ਸੋ ਜਦੋਂ ਅਸੀਂ ਦੁਆਬੇ ਦੇ ਵਿੱਚ ਆਉਣੇ ਆ ਤਾਂ ਦੁਆਬੇ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕਿਤੇ ਨਾ ਕਿਤੇ, ਕਿਉਂਕਿ ਦੁਆਬਾ ਜਿਹੜਾ ਹੈਗਾ ਉਹ ਵੀ ਅਕਾਲੀ ਦਲ ਔਰ ਕਾਂਗਰਸ ਦਾ ਗੜ ਰਿਹਾ ਹੈ, ਔਰ ਉਹਦੇ ਵਿੱਚੋਂ ਵੀ ਲਗਭਗ ਅੱਧੀਆਂ ਸੀਟਾਂ ਕਾਂਗਰਸ ਨੂੰ ਜਾਂ ਅੱਧੀਆਂ ਸੀਟਾਂ ਜਿਹੜੀਆਂ ਨੇ ਅਕਾਲੀ ਦਲ ਨੂੰ ਮਿਲਦੀਆਂ ਰਹੀਆਂ ਨੇ, ਜਾਂ ਬਸਪਾ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਉੱਥੇ ਗੜ ਰਿਹਾ ਹੈ, ਜਾਂ ਇੱਥੋਂ ਤੱਕ ਕਿ ਜਿਹੜਾ ਬੀਜੇਪੀ ਦਾ ਵੀ ਗੜ ਕੁਝ ਪਾਕਟਸ ਨੇ ਜਿਹੜੀਆਂ ਦੁਆਬੇ ਦੇ ਵਿੱਚ, ਉੱਥੇ ਬੀਜੇਪੀ ਦਾ ਵੀ ਗੜ ਮੰਨਿਆ ਜਾਂਦਾ ਹੈ। ਸੋ ਇਸ ਵਾਰੀ ਕੀ ਹੋ ਗਿਆ? ਇਸ ਵਾਰੀ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਨਾਂ ਵੋਟਰਾਂ ਦੇ ਵਿੱਚ ਨਿਰਾਸ਼ਤਾ ਤੁਹਾਨੂੰ ਜ਼ਰੂਰ ਨਜ਼ਰ ਆਏਗੀ। ਔਰ ਪਿਛਲੀਆਂ ਚੋਣਾਂ ਦੇ ਵਿੱਚ ਦੁਆਬੇ ਦੇ ਵਿੱਚੋਂ 2 ਸੀਟਾਂ ਜਿਹੜੀਆਂ ਸੀਗੀਆਂ ਉਹ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੀਗੀਆਂ। ਖਾਸ ਤੌਰ ਤੇ ਭੁਲੱਥ ਦੇ ਵਿੱਚੋਂ ਆਪਾਂ ਜ਼ਰੂਰ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਸੁਖਪਾਲ ਖਹਿਰਾ ਹੋਰੀ ਭੁਲੱਥ ਦੇ ਵਿੱਚੋਂ ਵੱਡੀ ਲੀਡ ਦੇ ਉੱਤੇ ਕਾਂਗਰਸ ਦੇ ਵਿੱਚ ਪਹਿਲਾਂ ਸੀਗੇ ਉਹ, ਪਰ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀਗੇ ਤਾਂ ਉਹਨਾਂ ਨੇ ਉਹ ਸੀਟ ਕੱਢੀ ਸੀਗੀ। ਸੋ ਇਸ ਵਾਰੀ ਵੀ ਤੁਸੀਂ ਦੇਖੋਗੇ ਕਿ ਇਸ ਏਰੀਏ ਦੇ ਵਿੱਚ ਬਦਲਾਅ ਦੀ ਜਿਹੜੀ ਹੈਗੀ ਹਵਾ ਉਹ ਤੁਹਾਨੂੰ ਚੱਲਦੀ ਦਿਖਾਈ ਦੇਵੇਗੀ। ਔਰ ਇਸੇ ਕਰਕੇ ਹੈ ਕਿ ਦੁਆਬੇ ਦੇ ਵਿੱਚ ਜਿਹੜੀ ਵੋਟ ਪ੍ਰਤੀਸ਼ਤ ਹੈ ਉਹ ਉਸ ਤਰ੍ਹਾਂ ਨਹੀਂ ਵਧੀ ਜਿਸ ਤਰ੍ਹਾਂ ਵਧਣੀ ਚਾਹੀਦੀ ਸੀਗੀ, ਔਰ ਉਹਦਾ ਕਾਰਨ ਇਹੀ ਹੈ ਕਿ ਲੋਕਾਂ ਦੇ ਵਿੱਚ ਇੱਕ ਰਵਾਇਤੀ ਪਾਰਟੀਆਂ ਦੇ ਪ੍ਰਤੀ ਨਿਰਾਸ਼ਤਾ ਔਰ ਉਦਾਸੀਨਤਾ ਜਿਹੜੀ ਹੈਗੀ ਆ ਉਹ ਬਣੀ ਹੋਈ ਸੀਗੀ। ਔਰ ਨਤੀਜਾ ਆਪਾਂ ਫਿਰ ਕਵਾਂਗੇ ਕਿ ਕਿਤੇ ਨਾ ਕਿਤੇ ਸਾਰੀ ਚੀਜ਼ ਦਾ ਮਾਹੌਲ ਦਾ ਜਿਹੜਾ ਫਾਇਦਾ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲਦਾ ਨਜ਼ਰ ਆਏਗਾ ਤੁਹਾਨੂੰ। ਔਰ ਉਮੀਦ ਹੈ
ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੀਆਂ ਆਉਣ ਵਾਲੇ ਰਿਜ਼ਲਟ ਹੋਣਗੇ ਚੋਣਾਂ ਦੇ, ਤਾਂ ਬਹੁਤ ਸਨਸਨੀਖੇਜ ਨਤੀਜੇ ਤੁਹਾਨੂੰ ਵੇਖਣ ਨੂੰ ਮਿਲ ਸਕਦੇ ਆ। ਜਿਹੜੇ ਨਤੀਜੇ ਬਿਲਕੁਲ ਤੁਸੀਂ ਕਦੇ ਕਿਆਸ ਵੀ ਨਹੀਂ ਕੀਤੇ ਹੋਣਗੇ। ਬਿਲਕੁਲ ਬਿਲਕੁਲ, ਮੈਂ ਇਹੀ ਗੱਲ ਕਹਿ ਰਿਹਾ ਕਿ ਜਿਹੜੀ ਆਪਾਂ ਕਹਿ ਰਹੇ ਹਾਂ ਕਿ ਸਨਸਨੀਖੇਜ ਨਤੀਜੇ ਜਿਹੜੇ ਨਿਕਲਣੇ ਨੇ, ਉਹਦਾ ਮਤਲਬ ਇਹੀ ਆ ਕਿ ਵੱਡੇ ਵੱਡੇ ਥੰਮ ਜਿਹੜੇ ਕਹਿੰਦੇ ਕਹਾਉਂਦੇ, ਜਿਹੜੇ ਕਿਸੇ ਵੇਲੇ ਕਹਿੰਦੇ ਸੀਗੇ ਅਸੀਂ ਇਸ ਪਾਰਟੀ ਦੀ ਜਿੰਦ ਜਾਨ ਆ ਔਰ ਸਾਡੇ ਤੋਂ ਬਿਨਾਂ ਇਹ ਪਾਰਟੀ ਚੱਲ ਨਹੀਂ ਸਕਦੀ, ਤਾਂ ਉਹ ਥੰਮ ਵੀ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ 10 ਤਰੀਕ ਨੂੰ ਡਿੱਗਦੇ ਨਜ਼ਰ ਆਉਣਗੇ ਔਰ ਨਤੀਜੇ ਜਿਹੜੇ ਨੇ ਬਿਲਕੁਲ ਵੱਖਰੀ ਤਰ੍ਹਾਂ ਦੇ ਇਸ ਵਾਰੀ ਨਤੀਜੇ ਹੋ ਸਕਦੇ ਨੇ। ਸੁਖਵਿੰਦਰ ਜੀ ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਹੈ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੱਖ-ਵੱਖ ਸੀਟਾਂ ਦਾ ਇੱਕ ਇੱਕ ਕਰਕੇ ਓਪੀਨੀਅਨ ਪੋਲ ਜਿਹੜਾ ਪੰਜਾਬ ਦੀਆਂ ਹੌਟ ਸੀਟਾਂ ਦਾ ਤੁਹਾਡੇ ਤੱਕ ਪਹੁੰਚਾਵਾਂਗੇ, ਕੌਣ ਕਿੱਥੋਂ ਜਿੱਤਣ ਜਾ ਰਿਹਾ, ਤੇ ਲਗਾਤਾਰ ਓਪੀਨੀਅਨ ਪੋਲ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਹਾਂਗੇ ਕਿ ਪੰਜਾਬ ਦੇ ਵਿੱਚ ਕੀ ਲੱਗਦਾ ਕਿ ਕਿਸ ਦੀ ਸਰਕਾਰ ਜਿਹੜੀ ਬਣ ਜਾ ਰਹੀ ਹੈ ਇੱਕ ਇੱਕ ਸੀਟ ਦਾ, ਔਰ ਪੰਜਾਬ ਦੇ ਨਿਰਪੱਖ ਤੌਰ ਤੇ ਓਪੀਨੀਅਨ ਪੋਲ ਜਿਹੜਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਅੱਗੇ ਵੀ ਅਸੀਂ ਲਗਾਤਾਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਡੇ ਤੱਕ ਸਹੀ ਤੇ ਸਟੀਕ ਵਿਸ਼ਲੇਸ਼ਣ ਜਿਹੜਾ ਤੁਹਾਡੇ ਤੱਕ ਪਹੁੰਚੇ। ਅੱਗੇ ਵੀ ਸਾਡੀ ਇਹੀ ਕੋਸ਼ਿਸ਼ ਹੋਊਗੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਜ਼ਰੂਰ ਪ੍ਰੋਗਰਾਮ ਜਿਹੜਾ ਪਸੰਦ ਆਇਆ ਹੋਊਗਾ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।